It's really a pleasure to be associated with you since long time now. It's more than 2 years, 3 साल तो शायद ज़्यादा हो गए ने। ਤੁਸੀਂ ਹਰ ਸਾਲ ਹਰ 6 ਮਹੀਨੇ ਬਾਅਦ ਤੁਸੀਂ ਮੌਕਾ ਦਿੰਦੇ ਹੈਗੇ ਹੋ, ਬਹੁਤ ਅੱਛਾ ਲੱਗਦਾ ਹੈਗਾ। ਸੋ ਪਿਛਲੇ ਕੁਝ ਦਿਨਾਂ ਦੇ ਵਿੱਚ ਅਸੀਂ ਲਗਾਤਾਰ ਲੋਕਡਾਊਨ ਨੂੰ ਵੀ ਐਜ਼ ਐਨ ਓਪਰਚੁਨਿਟੀ ਡਿਸਗਾਈਜ਼ ਦੀ ਤਰ੍ਹਾਂ ਲਿਆ ਹੈਗਾ ਕਿ ਇਹਦੇ ਪਿੱਛੇ ਵੀ ਕੁਝ ਅੱਛਾ ਛੁਪਿਆ ਹੋਇਆ ਹੈਗਾ। ਜਿਵੇਂ ਸਰਦਾਰ ਬਲਦੇਵ ਜੀ ਨੇ ਕਿਹਾ ਜਾਂ ਪਾਸੀ ਜੀ ਨੇ ਕਿਹਾ ਕਿ ਹਾਂ ਸਾਨੂੰ ਹਰ ਪਾਸੇ ਕੁਝ ਨਾ ਕੋਈ ਅੱਛਾ ਦੇਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਗਜੀਤ ਜੀ ਵਾਲਿਆਂ ਨੇ ਬਹੁਤ ਅੱਛਾ ਇਨੀਸ਼ੀਏਟਿਵ ਲੈਂਦੇ ਹੋਏ ਨਈ ਡਿਵੈਲਪਮੈਂਟ ਕੀਤੀ। ਸਮਾਜ ਦੇ ਲਈ ਇਹ ਖੜੇ ਹੋਣ ਦਾ ਸਮਾਂ ਹੈਗਾ। ਜਿਸ ਤਰ੍ਹਾਂ ਕਿ ਬਹੁਤ ਸਾਰੇ ਭਰਾਵਾਂ ਨੇ ਕਿਹਾ ਕਿ ਉਹਨਾਂ ਨੇ ਹੁਣ ਨੇਚਰ ਨੂੰ ਇੰਜੋਏ ਕਰਨਾ ਸ਼ੁਰੂ ਕੀਤਾ, ਨੇਚਰ ਨੂੰ ਦੇਖਣਾ ਸ਼ੁਰੂ ਕੀਤਾ ਹੈਗਾ। ਸੋ ਇਸ ਦੌਰਾਨ ਅਸੀਂ ਬਿਜ਼ਨਸ ਦੇ ਵਿੱਚ ਹੋਰ ਕੀ ਕਰ ਸਕਦੇ ਹਾਂ ਜਾਂ ਸਾਡੇ ਲਈ ਕੀ ਜ਼ਰੂਰੀ ਹੈ ਕਰਨਾ, ਉਹ ਸਮਝਣਾ ਬਹੁਤ ਜ਼ਰੂਰੀ ਹੈ। ਮੈਂ ਛੋਟੀ ਜਿਹੀ ਪ੍ਰੈਜੈਂਟੇਸ਼ਨ ਦੇ ਦੁਆਰਾ ਆਪਣਾ ਪੱਖ ਰੱਖਣਾ ਚਾਹਾਂਗਾ ਕਿ ਸਾਨੂੰ ਅਸੀਂ ਕੀ ਕਰ ਰਹੇ ਹਾਂ, ਕੀ ਕਰਨਾ ਚਾਹੀਦਾ ਹੈ ਔਰ ਕਿਹੜੀਆਂ ਚੀਜ਼ਾਂ ਉੱਤੇ ਥੋੜਾ ਜਿਹਾ ਜ਼ਿਆਦਾ ਜ਼ੋਰ ਦੇਣਾ ਚਾਹੀਦਾ। ਜਿਸ ਲਈ ਸਾਡਾ ਦੁਬਾਰਾ ਫੈਕਟਰੀਆਂ ਸ਼ੁਰੂ ਹੁੰਦੀਆਂ ਨੇ ਤੇ ਸਾਨੂੰ ਕੀ ਕੀ ਜ਼ਰੂਰ ਕਰਨਾ ਚਾਹੀਦਾ। ਉਹਦੇ ਵਿੱਚ ਸਭ ਤੋਂ ਪਹਿਲੇ ਹੈਗਾ ਕਿ ਜੇ ਅਸੀਂ ਛੋਟੀ ਇੰਡਸਟਰੀ ਹੈਗੇ ਆ ਤੇ ਸਾਨੂੰ 4 ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ। ਸਾਨੂੰ ਇਸ ਟਾਈਮ ਆਪਣੇ ਫਾਈਨਾਂਸਿਸ ਨੂੰ ਬਹੁਤ ਸੋਚ ਸਮਝ ਕੇ ਯੂਟਿਲਾਈਜ਼ ਕਰਨਾ ਚਾਹੀਦਾ ਹੈਗਾ। ਨੋ ਡਾਊਟ ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਗਵਰਨਮੈਂਟ ਸਾਨੂੰ ਐਕਸਟਰਾ ਵਰਕਿੰਗ ਕੈਪੀਟਲ ਦੇ ਰਹੀ ਹੈ, ਬਟ ਉਹਨੂੰ ਅਸੀਂ ਯੂਜ਼ ਕਰਦੇ ਹੋਏ ਅਸੀਂ ਆਪਣੀ ਸੀਸੀ ਨੂੰ ਲਗਾਤਾਰ ਐਨਹਾਂਸ ਕਰਦੇ ਜਾਈਏ। ਪਰ ਉਹਦੇ ਲਈ ਸਾਨੂੰ ਪਹਿਲੇ ਸਮਝਣਾ ਚਾਹੀਦਾ ਹੈ ਕਿ ਕਿਤੇ ਅਸੀਂ ਕਿਸੇ ਡੈਟ ਟ੍ਰੈਪ ਦੇ ਵਿੱਚ ਤਾਂ ਨਹੀਂ ਫਸ ਰਹੇ। ਗਵਰਨਮੈਂਟ ਸਾਨੂੰ ਬੈਂਕ ਜਾਣਬੁੱਝ ਕੇ ਸਾਨੂੰ ਇੱਕ ਤਰ੍ਹਾਂ ਦੇ ਇੱਕ ਚੱਕਰ ਵੀ ਉਹਦੇ ਵਿੱਚ ਨਾ ਫਸਾ ਲੈਣ, ਸਾਨੂੰ ਉਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ। ਸਾਨੂੰ ਇਸ ਦੌਰਾਨ ਬਹੁਤ ਜ਼ਿਆਦਾ ਧਿਆਨ ਦੇਣਾ ਚਾਹੀਦਾ ਆਪਣੀ ਟੀਮ ਨੂੰ ਮੈਨੇਜ ਕਰਨ ਦੇ ਉੱਤੇ। ਚਾਹੇ ਸਾਡੀ ਸੀਨੀਅਰ ਟੀਮ ਹੈ, ਚਾਹੇ ਸਾਡੀ ਜੂਨੀਅਰ ਟੀਮ ਹੈ, ਦੋਨਾਂ ਨੂੰ ਸਾਨੂੰ ਬਹੁਤ ਜ਼ਿਆਦਾ ਸੰਭਾਲ ਕੇ ਰੱਖਣਾ ਚਾਹੀਦਾ। ਕਿਸ ਤਰ੍ਹਾਂ ਸੰਭਾਲਣਾ ਚਾਹੀਦਾ ਉਹਦੇ ਬਾਰੇ ਮੈਂ ਕੁਝ 2 ਗੱਲਾਂ ਕਰਾਂਗਾ ਹੁਣੇ। ਸਾਨੂੰ ਇਸ ਦੌਰਾਨ ਪੋਸਟ ਕੋਵਿਡ ਕੀ ਕਰਨਾ ਚਾਹੀਦਾ, ਪੋਸਟ ਲੋਕਡਾਊਨ ਜਿਸ ਲਈ ਅਸੀਂ ਫੈਕਟਰੀ ਸ਼ੁਰੂ ਕਰਾਂਗੇ ਉਸ ਲਈ ਸਾਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ, ਮੈਂ ਉਹਦੇ ਬਾਰੇ ਵੀ ਗੱਲ ਕਰਾਂਗਾ। ਤੇ ਲਾਸਟ ਦੇ ਵਿੱਚ ਮੈਂ ਗੱਲ ਕਰਾਂਗਾ ਕਿ ਇਹ ਦੁਨੀਆ ਇਸੇ ਤਰ੍ਹਾਂ ਹੀ ਚੱਲਦੀ ਰਹੇਗੀ, ਇਹ ਬਹੁਤ ਜ਼ਿਆਦਾ ਵੋਲੇਟਾਈਲ ਵਰਲਡ ਹੈ ਤੇ ਕਿਹੜੀਆਂ 4 ਚੀਜ਼ਾਂ ਦਾ ਜ਼ਰੂਰ ਧਿਆਨ ਰੱਖੋ ਤਾਂ ਕਿ ਅਸੀਂ ਦੁਬਾਰਾ ਜੇ ਇਸ ਤਰ੍ਹਾਂ ਦਾ ਕੋਈ ਮੌਕਾ ਆਉਂਦਾ ਹੋਵੇ ਤੇ ਅਸੀਂ ਉਹ ਤੋਂ ਬਹੁਤ ਜ਼ੋਰਦਾਰ ਤਿਆਰੀ ਦੇ ਨਾਲ ਬਾਹਰ ਆ ਸਕੇ ਜਲਦੀ ਤੋਂ ਜਲਦੀ। ਸੋ ਸਭ ਤੋਂ ਪਹਿਲੇ ਜ਼ਰੂਰੀ ਹੈ ਕਿ ਆਪਣੇ ਡੈਟਸ ਨੂੰ, ਆਪਣੇ ਫਾਈਨਾਂਸਿਸ ਨੂੰ ਸਮਝਣਾ। ਸਾਡੇ ਕੋਲ ਬਹੁਤ ਥੋੜਾ ਪੈਸਾ ਹੋ ਸਕਦਾ ਹੈ ਜਾਂ ਬਹੁਤ ਜ਼ਿਆਦਾ ਪੈਸਾ ਹੈ, ਬਟ ਜ਼ਰੂਰੀ ਹੈ ਕਿ ਸਾਡੇ ਕੋਲ ਇਸ ਟਾਈਮ ਨਕਦ ਕਿੰਨਾ ਹੈ। ਜਿੰਨਾ ਨਕਦ ਹੈ, ਨੋ ਡਾਊਟ ਗਵਰਨਮੈਂਟ ਨੇ ਕਿਹਾ ਹੈ ਕਿ ਸਾਨੂੰ ਪੂਰੀ ਦੀ ਪੂਰੀ ਤਨਖਾਹ ਦੇਣੀ ਚਾਹੀਦੀ ਹੈ, ਬਟ ਸਾਡੇ ਕੋਲ ਅਥਾਰਟੀ ਹੈ ਕਿ ਅਸੀਂ ਆਪਣੀ ਸੈਲਰੀ ਨੂੰ ਡੈਫਰ ਕਰ ਸਕਦੇ ਹਾਂ। ਅਸੀਂ ਉਹਨੂੰ ਰੋਕਣ ਦੀ ਗੱਲ ਨਹੀਂ ਕਰ ਰਹੇ। ਸ਼ਾਇਦ ਸਾਨੂੰ 50% 60% ਜਿੰਨਾ ਤੁਹਾਡੇ ਅਸੀਂ ਲੇਬਰ ਦੇ ਨਾਲ ਅਸੀਂ ਆਪਸ 'ਚ ਗੱਲ ਕਰਕੇ ਸੀਨੀਅਰ ਟੀਮ ਨੂੰ ਸਮਝਾ ਕੇ ਉਹਨਾਂ ਦੇ ਥਰੂ ਇਹ ਮੈਸੇਜ ਪਹੁੰਚਾਈਏ ਕਿ ਅਸੀਂ ਤੁਹਾਨੂੰ 50% ਜਾਂ 80% ਜਿੰਨਾ ਤੁਹਾਡਾ ਆਪਸ ਮਿਊਚੁਅਲ ਕੰਸੈਂਟ ਦੇ ਨਾਲ ਐਗਰੀਮੈਂਟ ਹੋਵੇ ਕਿ ਪੇਮੈਂਟ ਕਰੋ। ਬਾਕੀ ਨੂੰ ਤੁਸੀਂ ਪ੍ਰੋਲੋਂਗ ਕਰ ਸਕਦੇ ਹੋ ਕਿ ਜੀ ਮੈਂ ਮਈ ਦੇ ਵਿੱਚ ਪੇ ਕਰ ਰਿਹਾ ਜਾਂ ਜੂਨ ਬਿਗਨਿੰਗ ਦੇ ਵਿੱਚ, ਕਿ ਜਿਸ ਲਈ ਸਮਾਂ ਦੁਬਾਰਾ ਨਾਰਮਲ ਹੋਏਗਾ ਤੇ ਅਸੀਂ ਤੁਹਾਨੂੰ ਬਾਕੀ ਤਨਖਾਹ ਦੇਵਾਂਗੇ। ਅਸੀਂ ਮਨਾ ਨਹੀਂ ਕਰ ਰਹੇ। ਜੇ ਕੁਝ ਇਹ ਮਿਊਚੁਅਲ ਅੰਡਰਸਟੈਂਡਿੰਗ ਦੀ ਗੱਲ ਬਹੁਤ ਜ਼ਿਆਦਾ ਹੈਗੀ ਹੈ, ਪਰ ਇੱਥੇ ਸਾਨੂੰ ਸਮਝਣਾ ਚਾਹੀਦਾ ਹੈ ਲਿਕੁਇਡਿਟੀ ਮੇਨਟੇਨ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ। ਦੂਸਰਾ ਹੈ, ਹੁਣੇ ਬਹੁਤ ਸਾਰੇ ਮਿੱਤਰ ਭਰਾਵਾਂ ਨੇ ਕਿਹਾ ਕਿ ਅਸੀਂ ਆਪਣੇ ਖਰਚੇ ਬਹੁਤ ਘੱਟ ਕਰ ਲਏ ਨੇ ਆਲਰੇਡੀ। ਸਾਨੂੰ ਨਜ਼ਰ ਆ ਗਿਆ ਕਿ ਅਸੀਂ ਆਪਣੇ ਖਰਚੇ ਆਪ ਵਧਾਏ ਹੋਏ ਸੀ, ਸ਼ਾਇਦ ਉਹਨੇ ਜ਼ਿਆਦਾ ਵਧਾ ਕੇ ਰੱਖਣ ਦੀ ਲੋੜ ਨਹੀਂ ਹੈਗੀ ਸੀ। ਸੋ ਇਸ ਦੌਰਾਨ ਹੁਣ ਸਾਨੂੰ ਦੇਖਣਾ ਪਏਗਾ ਕਿ ਅੱਗੇ ਵੀ ਅਸੀਂ ਉਹ ਚੀਜ਼ ਨੂੰ ਕਰਨਾ ਹੈ। ਅਸੀਂ ਸਾਡੇ ਖਰਚੇ ਜਿਹੜੇ ਅਸੀਂ ਬਹੁਤ ਜ਼ਿਆਦਾ ਜਿਹੜੀਆਂ ਚੀਜ਼ਾਂ ਦੇ ਉੱਤੇ ਅਸੀਂ ਖਰਚ ਕਰ ਰਹੇ ਸੀ, ਬਾਹਰ ਦਾ ਖਾਣਾ ਪੀਣਾ ਜਾਂ ਲਗਜ਼ਰੀਜ਼ ਦੇ ਉੱਤੇ ਜਿਹੜਾ ਸਪੈਂਡ ਕਰ ਰਹੇ ਸੀ, ਸ਼ਾਇਦ ਸਾਨੂੰ ਉੱਤੇ ਘਟਾਉਣ ਦੀ ਲੋੜ ਹੈ। ਸਾਡੇ ਕੋਲ ਹੁਣ ਮੌਕਾ ਹੈਗਾ ਉਸ ਨੂੰ ਘਟਾਉਣ ਦਾ, ਤੇ ਸ਼ਾਇਦ ਉਸ ਦੇ ਉੱਤੇ ਸਾਨੂੰ ਹੁਣ ਧਿਆਨ ਦੇਣਾ ਚਾਹੀਦਾ ਕਿ ਦੁਬਾਰਾ ਅਸੀਂ ਆਪਣੀ ਫਿਕਸਡ ਕਾਸਟ ਨਾ ਵਧਾ ਲਈਏ। ਉਸ ਚੀਜ਼ ਨੂੰ ਸਮਝਣ ਦੀ ਲੋੜ ਹੈ, ਕਿਉਂਕਿ ਸ਼ਾਇਦ ਇਹ ਦੁਬਾਰਾ ਇਸ ਤਰ੍ਹਾਂ ਦਾ ਰੂਪ ਬਦਲ ਕੇ ਇਸ ਤਰ੍ਹਾਂ ਦਾ ਕੁਝ ਹੋ ਸਕਦਾ ਹੈ। ਤੀਸਰਾ, ਡੈਫਰਮੈਂਟ ਆਫ ਲੋਨਸ। ਗਵਰਨਮੈਂਟ ਨੇ ਸਿਰਫ ਇਹ ਕਿਹਾ ਕਿ ਤੁਸੀਂ 3 ਮਹੀਨੇ ਦੇ ਲਈ ਮਾਰਚ, ਅਪ੍ਰੈਲ ਔਰ ਮਈ ਦੀਆਂ ਕਿਸ਼ਤਾਂ ਤੁਸੀਂ ਡੈਫਰ ਕਰ ਸਕਦੇ ਹੋ, ਬਟ ਕਿਉਂਕਿ ਮਾਰਚ ਦੇ ਐਂਡ ਦੇ ਵਿੱਚ ਜਾ ਕੇ ਇਹ ਅਨਾਉਂਸਮੈਂਟ ਆਈ ਕਿ ਆਈ ਥਿੰਕ 90% ਕਿਸ਼ਤਾਂ ਸ਼ਾਇਦ ਕੱਟੀਆਂ ਜਾ ਚੁੱਕੀਆਂ ਸੀ ਬੈਂਕਾਂ ਵੱਲੋਂ, ਪਰ ਅੱਗੇ ਲਈ ਉਹਨਾਂ ਨੇ ਐਕਸਟੈਂਸ਼ਨ ਜ਼ਰੂਰ ਦਿੱਤੀ ਹੈ। ਪਰ ਇੱਥੇ ਇੱਕ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਜਿਹੜੇ ਸਾਡੇ ਹਾਈ ਇੰਟਰਸਟ ਰੇਟ ਲੋਨ ਨੇ, ਪਰਸਨਲ ਲੋਨ ਨੇ, ਜਿਨ੍ਹਾਂ ਨੂੰ 15% ਤੋਂ ਉੱਪਰ ਵਿਆਜ ਪੈ ਰਿਹਾ, ਉਹਨਾਂ ਨੂੰ ਬਿਲਕੁਲ ਵੀ ਡੈਫਰ ਨਹੀਂ ਕਰਨਾ ਚਾਹੀਦਾ ਐਟ ਐਨੀ ਕਾਸਟ। ਇੱਕ ਨਵਾਂ ਸ਼ਬਦ ਸਾਰੇ ਅਸੀਂ ਸੁਣਿਆ ਸੀ ਜਦੋਂ ਡੀਮੋਨੇਟਾਈਜੇਸ਼ਨ ਹੋਈ ਸੀ, ਇਸਤਰੀ ਧਨ। ਚਾਹੇ ਸਾਨੂੰ ਆਪਣਾ ਦੱਬਿਆ ਖਜ਼ਾਨਾ ਕੱਢਣਾ ਪਵੇ, ਚਾਹੇ ਸਾਨੂੰ ਇਸਤਰੀ ਧਨ ਕੱਢਣਾ ਪਵੇ, ਪਰ ਸਾਡੇ ਜਿਹੜੇ ਮਹਿੰਗੇ ਲੋਨ ਨੇ ਉਹਨਾਂ ਨੂੰ ਡੈਫਰ ਨਹੀਂ ਕਰਨਾ ਚਾਹੀਦਾ। ਹਾਊਸਿੰਗ ਲੋਨ ਨੂੰ ਜਾਂ ਜਿਹੜੇ ਘੱਟ ਇੰਟਰਸਟ ਰੇਟ ਵਾਲੇ ਲੋਨ ਹੈਗੇ ਨੇ ਉਹਨਾਂ ਨੂੰ ਅਸੀਂ ਡੈਫਰ ਕਰ ਸਕਦੇ ਹਾਂ। ਡਿਫਰੈਂਸ਼ੀਏਟ ਕਰਨ ਦੀ ਲੋੜ ਹੈ ਹਾਈ ਇੰਟਰਸਟ ਲੋਨ ਵਰਸਸ ਲੋ ਇੰਟਰਸਟ ਲੋਨਸ।
ਪਲੱਸ ਇਸ ਟਾਈਮ ਇੱਕ ਮੌਕਾ ਹੋ ਸਕਦਾ ਹੈ ਇਨਵੈਸਟਮੈਂਟ ਕਰਨ ਦਾ। ਜਿਹੜੇ ਬਹੁਤ ਵੱਡੇ ਇੰਡਸਟਰੀਲਿਸਟ ਨੇ ਉਹ ਇਸ ਗੱਲ ਨੂੰ ਸਮਝ ਰਹੇ ਨੇ ਕਿ ਇਹ ਇਨਵੈਸਟ ਕਰਨ ਦਾ ਮੌਕਾ ਹੈ। ਨੋ ਡਾਊਟ ਇਸ ਟਾਈਮ ਮਾਰਕੀਟ ਬਹੁਤ ਡਾਊਨ ਹੈ, ਪਰ ਇੱਕ ਗੱਲ ਪੱਕੀ ਹੈ ਕਿ ਦੁਬਾਰਾ ਮਾਰਕੀਟ ਜੇ ਅੱਜ ਰਾਤ ਹੈ ਤੇ ਕੱਲ ਸਵੇਰ ਵੀ ਹੋਣੀ ਹੈ, ਇਹ ਗੱਲ ਪੱਕੀ ਹੈ। ਤਾਂ ਸਾਨੂੰ ਕੱਲ ਦੇ ਲਈ ਇਨਵੈਸਟਮੈਂਟ ਕਰਨੀ ਚਾਹੀਦੀ ਹੈ। ਜਿਹੜੇ ਬੰਦੇ ਆਲਰੇਡੀ ਇਨਵੈਸਟਮੈਂਟ ਕਰ ਰਹੇ ਨੇ ਮਿਊਚੁਅਲ ਫੰਡ ਦੇ ਵਿੱਚ, ਸਿਪ ਦੇ ਦੁਆਰਾ ਜਾਂ ਇਕੁਇਟੀ ਦੇ ਵਿੱਚ, ਬਲੂ ਚਿਪ ਕੰਪਨੀਆਂ ਦੇ ਵਿੱਚ ਇਨਵੈਸਟ ਕਰ ਰਹੇ ਨੇ, ਇਹ ਲੌਂਗ ਟਰਮ ਵਿਜ਼ਨ ਦੇ ਅਕੋਰਡਿੰਗਲੀ ਸਾਨੂੰ ਇਨਵੈਸਟ ਕਰਨਾ ਚਾਹੀਦਾ ਹੈ। ਸ਼ਾਰਟ ਟਰਮ ਦੇ ਅਕੋਰਡਿੰਗਲੀ ਸਾਨੂੰ ਬਿਲਕੁਲ ਵੀ ਇਨਵੈਸਟ ਨਹੀਂ ਕਰਨਾ ਚਾਹੀਦਾ। ਜਿਹੜੇ ਲੋਕ ਸੋਚਦੇ ਨੇ ਕਿ ਅਸੀਂ ਇੱਕ ਦਿਨ ਦੇ ਵਿੱਚ ਪੈਸੇ ਕਮਾ ਸਕਦੇ ਹਾਂ, ਸ਼ਾਰਟ ਟਰਮ ਟ੍ਰੇਡਿੰਗ ਕਰਕੇ ਪੈਸੇ ਕਮਾ ਸਕਦੇ ਹਾਂ, ਇਹ ਸਮਾਂ ਉਹਨਾਂ ਦੇ ਲਈ ਬਿਲਕੁਲ ਨਹੀਂ ਹੈ। ਪਰ ਲੌਂਗ ਟਰਮ ਜਿਨ੍ਹਾਂ ਦਾ ਵਿਜ਼ਨ ਹੈ ਉਹਨਾਂ ਦੇ ਲਈ ਇਸ ਤੋਂ ਬੈਟਰ ਮੌਕਾ ਨਹੀਂ ਹੋ ਸਕਦਾ। ਸੋ ਸਾਨੂੰ ਆਪਣੇ ਜਿਨ੍ਹਾਂ ਕੋਲ ਥੋੜੇ ਜਿਹੇ ਸਪੇਅਰ ਫੰਡਸ ਹੈਗੇ ਨੇ ਉਹਨਾਂ ਨੂੰ ਅਸੀਂ ਇਨਵੈਸਟਮੈਂਟ ਦੇ ਵਿੱਚ ਵੀ ਪਾ ਸਕਦੇ ਹਾਂ। ਅਗਲਾ ਜਿਹੜਾ ਪੁਆਇੰਟ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ, ਉਹ ਹੈਗਾ ਟੀਮ ਮੈਨੇਜਮੈਂਟ, ਕਿ ਸਾਨੂੰ ਇਸ ਟਾਈਮ ਆਪਣੀ ਟੀਮ ਨੂੰ ਕਿਸ ਤਰ੍ਹਾਂ ਸੰਭਾਲਣਾ ਹੈ। ਟੀਮ ਦੇ ਵਿੱਚ ਅਸੀਂ ਤਿੰਨ ਤਰ੍ਹਾਂ ਦੇ ਲੋਕ ਜ਼ਿਆਦਾ ਦੇਖਦੇ ਹਾਂ। ਇੱਕ ਹੈਗਾ ਟੌਪ ਮੈਨੇਜਮੈਂਟ, ਜਿਹੜੇ ਸਾਡੇ ਫੈਮਿਲੀ ਦੇ ਕੁਝ ਮੈਂਬਰ ਹੈਗੇ ਨੇ, ਉਹਨਾਂ ਦੇ ਨਾਲ ਆਪਣੀ ਲੌਂਗ ਟਰਮ ਵਿਜ਼ਨ ਨੂੰ, ਮਿਸ਼ਨ ਨੂੰ ਕ੍ਰੀਏਟ ਕਰਨਾ ਚਾਹੀਦਾ ਹੈ। ਜਿਸ ਤਰ੍ਹਾਂ ਕਿ ਮੈਂ ਲਾਸਟ ਟਾਈਮ ਵੀ ਕਿਹਾ ਸੀ ਕਿ ਆਪਣੇ ਆਪ ਨੂੰ ਇੱਕ ਦਿਨ ਦੇ ਲਈ ਆਪਣੇ ਕਮਰੇ ਦੇ ਵਿੱਚ ਬੰਦ ਕਰਕੇ ਸ਼ਾਇਦ ਸਾਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਕੀ ਕੀ ਕਰ ਸਕਦੇ ਹਾਂ। ਸਾਨੂੰ ਸਾਡੇ ਸਾਲ ਬਾਅਦ, ਅਸੀਂ 2 ਸਾਲ ਬਾਅਦ ਕਿੱਥੇ ਖੜੇ ਹੋਵਾਂਗੇ, ਸਾਨੂੰ ਉਹਦੀ ਪਲੈਨਿੰਗ ਕਰਨੀ ਚਾਹੀਦੀ ਹੈ। ਸੋ ਇਹ ਸਮਾਂ ਹੈ ਕਿ ਸਾਨੂੰ ਸਾਡੇ ਟੌਪ ਮੈਨੇਜਮੈਂਟ ਨਾਲ ਬੈਠ ਕੇ ਆਪਣੀ ਵਿਜ਼ਨ ਔਰ ਮਿਸ਼ਨ ਔਰ ਰਿਲੇਸ਼ਨਸ਼ਿਪ ਨੂੰ ਸਟਰੋਂਗ ਕਰਨ ਦੇ ਬਾਰੇ ਗੱਲ ਕਰਨੀ ਚਾਹੀਦੀ ਹੈ। ਦੂਸਰਾ ਜਿਹੜਾ ਸਾਨੂੰ ਗੱਲ ਕਰਨੀ ਚਾਹੀਦੀ ਹੈ ਉਹ ਹੈਗੀ ਹੈ ਸੀਨੀਅਰ ਮੈਨੇਜਮੈਂਟ ਟੀਮ ਦੇ ਨਾਲ। ਜਿਹੜੇ ਸਾਡੇ ਮੇਨ ਸੁਪਰਵਾਈਜ਼ਰਸ ਹੈਗੇ ਨੇ, ਜਨਰਲ ਮੈਨੇਜਰਸ ਹੈਗੇ ਨੇ, ਪਲਾਂਟ ਹੈਡ ਹੈਗੇ ਨੇ, ਉਹਨਾਂ ਦੇ ਨਾਲ ਕਿਤੇ ਨਾ ਕਿਤੇ ਬਹੁਤ ਜ਼ਰੂਰੀ ਹੈ ਉਹਨਾਂ ਦੀ ਸੈਲਰੀਜ਼ ਨੂੰ ਨੈਗੋਸ਼ੀਏਟ ਕਰਨ ਦੀ। ਜਿੰਨੀਆਂ ਵੀ ਕੰਪਨੀਆਂ ਦੇ, ਨੈਸ਼ਨਲ ਕੰਪਨੀਆਂ ਦੇ ਤੁਸੀਂ ਸਟੇਟਮੈਂਟ ਸੁਣੋ ਇਸ ਟਾਈਮ, ਹਰ ਕੋਈ ਕਹਿ ਰਿਹਾ ਕਿ ਅਸੀਂ ਆਪਣੀ 2 ਮਹੀਨੇ ਦੀ, 3 ਮਹੀਨੇ ਦੀ ਤਨਖਾਹ ਨੂੰ ਵਿਡਰਾ ਕਰ ਰਹੇ ਹਾਂ ਜਾਂ 70% 80% ਘਟਾ ਰਹੇ ਹਾਂ। ਅਸੀਂ 10% 20% ਤਨਖਾਹ ਸਿਰਫ ਉਹਨਾਂ ਨੇ ਆਪਣੀ ਕਿਤਾਬਾਂ ਦੇ ਵਿੱਚ ਪਾਣੀ ਸ਼ੁਰੂ ਕਰ ਦਿੱਤੀ ਹੈ। ਸੋ ਸਾਨੂੰ ਵੀ ਆਪਣੀ ਸੀਨੀਅਰ ਟੀਮ ਕੋਲੋਂ ਡਿਮਾਂਡ ਕਰਨਾ ਚਾਹੀਦਾ ਹੈ, ਜਿਹੜੇ ਵੀ 25,000 ਤੋਂ ਲੈ ਕੇ 1 ਲੱਖ ਜਾਂ 2 ਲੱਖ ਦੀ ਤਨਖਾਹ ਲੈ ਰਹੇ ਨੇ, ਉਹਨਾਂ ਦੇ ਨਾਲ ਦੁਬਾਰਾ ਨੈਗੋਸ਼ੀਏਟ ਕਰਨਾ ਚਾਹੀਦਾ ਹੈ ਕਿ ਇਹ 2 ਮਹੀਨੇ 3 ਮਹੀਨੇ ਦੇ ਲਈ ਸਾਨੂੰ ਆਪਣੀ ਸੈਲਰੀ ਘਟਾ ਕੇ ਲੈਣੀ ਚਾਹੀਦੀ ਹੈ। ਪਹਿਲੇ ਤੁਹਾਨੂੰ ਆਪ ਨੂੰ ਘਟਾਣੀ ਪਏਗੀ ਆਪਣੀ ਕਿਤਾਬਾਂ ਦੇ ਵਿੱਚ ਆਪਣੀ ਤਨਖਾਹ, ਤੇ ਫਿਰ ਆਪਣੀ ਸੀਨੀਅਰ ਟੀਮ ਨੂੰ ਵੀ ਕਹਿਣਾ ਪਏਗਾ, ਤਾਂ ਕਿ ਅਸੀਂ ਇੱਕ ਰੋਲ ਮਾਡਲ ਸੈੱਟ ਕਰ ਸਕੀਏ ਉਹਨਾਂ ਦੇ ਲਈ। ਜਿਹੜੀ ਸਾਡੇ ਗਰਾਊਂਡ ਵਰਕ ਦੇ ਉੱਤੇ ਜਿਹੜੇ ਸਾਡੇ ਲੋਕ ਕੰਮ ਕਰ ਰਹੇ ਨੇ, ਬਲੂ ਕਾਲਰ ਜਿਹੜੀ ਵਰਕ ਫੋਰਸ ਹੈ, ਉਹਨਾਂ ਨੂੰ ਆਪਣੀ ਬੇਸਿਕ ਨੀਡਸ ਨੂੰ ਐਸ਼ੋਰ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਉਹਨਾਂ ਨੂੰ ਇਹ ਯਕੀਨ ਹੋਵੇ ਕਿ ਜਦੋਂ ਵੀ ਲੋਕਡਾਊਨ ਖੁੱਲਦਾ ਹੈ ਤੇ ਸਾਨੂੰ ਹੁਣ ਵੀ ਤਨਖਾਹ ਪੂਰੀ ਮਿਲ ਰਹੀ ਹੈ ਤੇ ਬਾਅਦ ਚੋਂ ਵੀ ਮਿਲਦੀ ਰਹੇਗੀ, ਤਾਂ ਕਿ ਉਹ ਲੇਬਰ ਜਿਹੜੀ ਜਾ ਰਹੀ ਹੈ ਪਿੰਡਾਂ ਨੂੰ ਉਹ ਨਾ ਜਾਵੇ। ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਉਹਨਾਂ ਨੂੰ ਇਸ ਟਾਈਮ ਗਰੰਟੀ ਦੇਣਾ ਕਿ ਤੁਹਾਡੀ ਰੋਟੀ ਪਾਣੀ ਦਾ ਜ਼ਿੰਮਾ ਸਾਡਾ ਹੈਗਾ, ਤੁਹਾਨੂੰ ਆਪਣੇ ਇਸ ਸ਼ਹਿਰ ਦੇ ਵਿੱਚ ਰਹਿ ਕੇ ਤੁਹਾਨੂੰ ਰੋਟੀ ਪਾਣੀ ਮਿਲਦੀ ਰਹੇਗੀ ਔਰ ਤੁਹਾਨੂੰ ਉੱਥੇ ਕਿਤੇ ਵੀ ਕੋਈ ਦਿੱਕਤ ਨਹੀਂ ਆਏਗੀ। ਪਲੱਸ ਜਿਹੜੀ ਸੀਨੀਅਰ ਟੀਮ ਹੈ ਜਾਂ ਮੈਨੇਜਮੈਂਟ ਟੀਮ ਹੈ, ਉੱਥੇ ਸਾਨੂੰ ਉਹਨਾਂ ਦੇ ਨਾਲ ਬ੍ਰੇਨਸਟਾਰਮਿੰਗ ਮੀਟਿੰਗਸ ਕਰਨੀਆਂ ਚਾਹੀਦੀਆਂ। ਜਿਸ ਤਰ੍ਹਾਂ ਹੁਣੇ ਸੈਕਟਰੀ ਸਾਹਿਬ ਆਏ ਸੀ ਤੇ ਉਹਨਾਂ ਨੇ ਗੱਲ ਕੀਤੀ ਕਿ ਸਾਨੂੰ ਨਵੀਂ ਮਸ਼ੀਨ ਕਿਹੜੀ ਇਜਾਦ ਕਰਨੀ ਚਾਹੀਦੀ ਹੈ। ਸੋ ਇਸ ਟਾਈਮ ਸਾਨੂੰ ਉਹਨਾਂ ਨਾਲ ਮੀਟਿੰਗਾਂ ਕਰਨੀਆਂ ਚਾਹੀਦੀਆਂ ਕਿ ਅਸੀਂ ਆਪਣੇ ਬਿਜ਼ਨਸ ਨੂੰ ਕਿਵੇਂ ਵਧਾ ਸਕਦੇ ਹਾਂ, ਪ੍ਰੋਫਿਟੇਬਿਲਿਟੀ ਕਿਵੇਂ ਵਧਾ ਸਕਦੇ ਹਾਂ। ਸ਼ਾਇਦ ਅਸੀਂ ਜੇ ਨਵੇਂ ਡੀਲਰ ਅਪਾਇੰਟ ਕਰਨਾ ਚਾਹੁੰਦੇ ਹਾਂ ਆਲ ਇੰਡੀਆ ਦੇ ਵਿੱਚ, ਤੇ ਸਾਨੂੰ ਇਹ ਟਾਈਮ ਦੇ ਉੱਤੇ ਉਹਨਾਂ ਨੂੰ ਐਕਸਪਲੋਰ ਕਰਨਾ ਚਾਹੀਦਾ ਹੈ। ਪਲੱਸ ਉਹਨਾਂ ਦੇ ਨਾਲ ਅਸੀਂ ਕਿਹੜੀਆਂ ਟਰਮਸ ਐਂਡ ਕੰਡੀਸ਼ਨ ਦੇ ਉੱਤੇ ਕੰਟਰੈਕਟ ਸਾਈਨ ਕਰਨੇ ਆ, ਸਾਨੂੰ ਇਹ ਟਾਈਮ ਹੈ ਉਹਨਾਂ ਦੇ ਨਾਲ ਐਸੋਸੀਏਸ਼ਨ ਕਰਨ ਦੇ ਲਈ, ਆਪਣੇ ਰੂਲਸ ਐਂਡ ਰੈਗੂਲੇਸ਼ਨ ਨੂੰ ਡਿਫਾਈਨ ਕਰਨ ਦੀ। ਪਲੱਸ ਇਹ ਟਾਈਮ ਹੈ ਸਾਨੂੰ ਆਪਣੀ ਬ੍ਰਾਂਡਿੰਗ ਦੇ ਉੱਤੇ ਹੋਰ ਜ਼ਿਆਦਾ ਕੰਮ ਕਰਨਾ ਚਾਹੀਦਾ ਹੈ। ਜਿੰਨੀਆਂ ਵੀ IT ਕੰਪਨੀਆਂ ਨੇ ਉਸ ਟਾਈਮ ਬਹੁਤ ਜ਼ਿਆਦਾ ਸਟਰੋਂਗਲੀ ਕੰਮ ਕਰ ਰਹੀਆਂ ਨੇ, ਸਾਰਿਆਂ ਦੀ 90% ਜਿਹੜੀ 100% ਟੀਮ ਹੈ ਉਹ 110% ਕੰਮ ਕਰ ਰਹੀ ਹੈ। ਸੋ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਵੀ ਆਪਣੀ ਬ੍ਰਾਂਡਿੰਗ ਦੇ ਉੱਤੇ ਕੰਮ ਕਰੀਏ। ਬ੍ਰਾਂਡਿੰਗ ਦੇ ਵਿੱਚ ਫਰਦਰ ਅਸੀਂ ਸੋਸ਼ਲ ਮੀਡੀਆ ਦੇ ਥਰੂ ਕੰਮ ਕਰ ਸਕਦੇ ਹਾਂ, ਇਸ ਤਰ੍ਹਾਂ ਦੇ ਵੈਬੀਨਾਰਸ ਕੰਮ ਕਰ ਸਕਦੇ ਹਾਂ ਆਪਣੇ ਡੀਲਰਸ ਦੇ ਨਾਲ, ਆਪਣੇ ਵੈਂਡਰਸ ਦੇ ਨਾਲ, ਜਿੰਨੇ ਵੀ ਸਾਡੇ ਐਸੋਸੀਏਟਸ ਹੈਗੇ ਨੇ ਉਹਨਾਂ ਸਾਰਿਆਂ ਦੇ ਨਾਲ ਅਸੀਂ ਆਪਣੇ ਪ੍ਰੋਡਕਟ ਕਿਹੜੇ ਬਣਾ ਰਹੇ ਹਾਂ ਉਹਨਾਂ ਦੇ ਅਵੇਅਰਨੈਸ ਸੈਮੀਨਾਰ ਕਰ ਸਕਦੇ ਹਾਂ। ਪਲੱਸ ਇਹ ਟਾਈਮ ਹੈ ਸਾਡਾ ਆਪਣਾ ਸਪੋਰਟ ਸਟਰਕਚਰ ਨੂੰ ਸਟਰੋਂਗ ਕਰਨ ਦਾ। ਜਿਹੜੇ ਸਾਡੇ ਸਪੋਰਟ ਸਟਰਕਚਰ, ਜਿਸ ਤਰ੍ਹਾਂ ਤੁਸੀਂ ਸੀਡਰ ਬਣਾਉਂਦੇ ਹੋ ਔਰ ਕੋਈ ਕਿਸੇ ਹੋਰ ਤਰ੍ਹਾਂ ਦੀ ਮਸ਼ੀਨ ਬਣਾ ਰਿਹਾ ਔਰ ਆਪਸ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕਲੈਸ਼ ਨਹੀਂ ਹੈ, ਉਹਨਾਂ ਦੇ ਨਾਲ ਕਿਤੇ ਨਾ ਕਿਤੇ ਸਾਨੂੰ ਐਸੋਸੀਏਟ ਕਰਨਾ ਚਾਹੀਦਾ ਹੈ ਕਿ ਉਹ ਸਾਨੂੰ ਰਿਕਮੈਂਡ ਕਰਨ ਔਰ ਅਸੀਂ ਉਹਨਾਂ ਨੂੰ ਰਿਕਮੈਂਡ ਕਰੀਏ। ਉਸ ਤਰ੍ਹਾਂ ਦੇ ਸਪੋਰਟ ਸਟਰਕਚਰ ਬਣਾਉਣ ਦਾ ਇਹ ਸਮਾਂ ਹੈ ਕਿ ਅਸੀਂ ਆਪਣੇ ਆਪ ਦੇ ਰਿਲੇਸ਼ਨ ਨੂੰ ਹੋਰ ਜ਼ਿਆਦਾ ਸਟਰੋਂਗ ਕਰੀਏ। ਪਲੱਸ ਆਫਟਰ ਦਾ ਲੋਕਡਾਊਨ ਜਿਸ ਲਈ ਅਸੀਂ ਦੁਬਾਰਾ ਫੈਕਟਰੀ ਸ਼ੁਰੂ ਕਰਦੇ ਹਾਂ, ਉਸ ਟਾਈਮ ਸਾਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ? ਸਾਨੂੰ ਸਭ ਤੋਂ ਪਹਿਲੇ ਧਿਆਨ ਰੱਖਣਾ ਚਾਹੀਦਾ ਆਪਣੀਆਂ ਮਸ਼ੀਨਾਂ ਦਾ। ਮਸ਼ੀਨਾਂ 3 ਤਰ੍ਹਾਂ ਦੀਆਂ ਹੋ ਸਕਦੀਆਂ ਨੇ, ਮਕੈਨੀਕਲ ਹੋ ਸਕਦੀਆਂ ਨੇ, ਇਲੈਕਟ੍ਰਿਕ ਹੋ ਸਕਦੀਆਂ ਨੇ ਜਾਂ ਇਲੈਕਟ੍ਰੋਨਿਕ ਹੋ ਸਕਦੀਆਂ ਨੇ।
ਜਿਹੜੀਆਂ ਮਸ਼ੀਨਾਂ ਮਕੈਨੀਕਲ ਨੇ ਉਹਨਾਂ ਨੂੰ ਕਿਤੇ ਨਾ ਕਿਤੇ 45 ਦਿਨਾਂ ਦੇ ਵਿੱਚ ਜੰਗ ਲੱਗ ਚੁੱਕਾ ਹੋ ਸਕਦਾ। ਉਹਨਾਂ ਨੂੰ ਰੀਸਟਾਰਟ ਕਰਨ ਤੋਂ ਪਹਿਲੇ ਬਹੁਤ ਜ਼ਿਆਦਾ, ਈਵਨ ਇੱਕ ਐਗਜ਼ੌਸਟ ਫੈਨ ਦੇ ਵਿੱਚ ਵੀ 1 ਮਹੀਨਾ ਬੰਦ ਰਹਿਣ ਦੇ ਉੱਤੇ ਮਿੱਟੀ ਜੰਮ ਜਾਂਦੀ ਹੈ ਔਰ ਉਹਦੀ ਕੋਇਲ ਉਹ ਜ਼ਿਆਦਾ ਪਾਵਰ ਖਿੱਚੇਗੀ ਜਿਸ ਲਈ ਤੁਸੀਂ ਉਹਨੂੰ ਚਲਾਓਗੇ। ਸੋ ਬਹੁਤ ਜ਼ਰੂਰੀ ਹੈ ਕਿ ਕਿਸੇ ਵੀ ਮਕੈਨੀਕਲ ਮਸ਼ੀਨ ਨੂੰ ਸ਼ੁਰੂ ਕਰਨ ਤੋਂ ਪਹਿਲੇ ਉਹਦੀ ਕਰੋਜਨ ਦਾ, ਉਹਦੇ ਜੰਗ ਦਾ ਉਹਦਾ ਧਿਆਨ ਰੱਖਿਆ ਜਾਵੇ। ਇਲੈਕਟ੍ਰੀਕਲ ਮਸ਼ੀਨਾਂ ਨੂੰ ਸ਼ੁਰੂ ਕਰਨ ਤੋਂ ਪਹਿਲੇ ਤੁਸੀਂ ਦੇਖੋ ਕਿ ਉਹਨਾਂ ਦੀ ਵਾਇਰਿੰਗ ਚੈੱਕ ਕਰੋ, ਕਿਤੇ ਨਾ ਕਿਤੇ ਕੋਈ ਚੂਹਾ ਆ ਕੇ ਜਾਂ ਕਿਸੇ ਵੀ ਤਰ੍ਹਾਂ ਕੀੜੇ ਮਕੌੜੇ ਨਾਲ ਉਹਨਾਂ ਦੀ ਉਹ ਤਾਰਾਂ ਨੂੰ ਡੈਮੇਜ ਕਰ ਚੁੱਕਾ ਹੋ ਸਕਦਾ ਹੈ, ਤੇ ਉਹਨੂੰ ਪਹਿਲੇ ਸਾਫ਼ ਕਰੋ, ਚੈੱਕ ਕਰੋ, ਉਹਦਾ ਵੋਲਟ ਮੀਟਰ ਦੇ ਨਾਲ ਉਹਨਾਂ ਦਾ ਵੋਲਟ ਪਾਸੇ ਚ ਕਰੰਟ ਚੈੱਕ ਕਰੋ, ਫਿਰ ਹੀ ਉਸ ਨੂੰ ਕਰੰਟ ਦਿੱਤਾ ਜਾਵੇ। ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਤੀਸਰਾ ਜਿਹੜੀ ਚੀਜ਼ ਦਾ ਸਭ ਤੋਂ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ ਉਹ ਹੈ ਇਲੈਕਟ੍ਰੋਨਿਕ ਆਈਟਮਸ ਦੇ ਵਿੱਚ ਵੋਲਟੇਜ। ਇੱਕਦਮ ਜਿਸ ਵੇਲੇ ਤੁਸੀਂ ਫੈਕਟਰੀ ਸਟਾਰਟ ਕਰੋਗੇ, ਇੱਕ ਮਸ਼ੀਨ ਦੇ ਉੱਤੇ ਇੱਕਦਮ ਵੋਲਟੇਜ ਜ਼ਿਆਦਾ ਆ ਸਕਦੀ ਹੈ, ਉਸ ਟਾਈਮ ਵੀ ਦੁਬਾਰਾ ਵੋਲਟ ਮੀਟਰ ਦੇ ਦੁਆਰਾ ਉਹਦਾ ਕਰੰਟ ਚੈੱਕ ਕੀਤਾ ਜਾਵੇ ਤੇ ਫਿਰ ਹੀ ਉਸ ਮਸ਼ੀਨ ਨੂੰ ਚਾਲੂ ਕੀਤਾ ਜਾਵੇ। ਇਹਦਾ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਹੈ। ਦੁਬਾਰਾ ਜਿਸ ਵੇਲੇ ਬੰਦਿਆਂ ਨੂੰ ਕੰਮ ਕਰਨ ਦੇ ਅਸੀਂ ਲਗਾਉਂਦੇ ਹਾਂ, ਬਹੁਤ ਜ਼ਰੂਰੀ ਹੈ ਕਿ ਈਵਨ ਲੋਕਡਾਊਨ ਦੇ ਦੌਰਾਨ ਅਸੀਂ ਉਹਨਾਂ ਨਾਲ ਲਗਾਤਾਰ ਇਨ ਟੱਚ ਰਹੀਏ, ਉਹਨਾਂ ਨੂੰ ਆਪਣੀ ਕੰਪਨੀ ਦਾ ਵਿਜ਼ਨ ਦੇ ਨਾਲ ਅਸੀਂ ਜਾਣੂ ਕਰਵਾਈਏ, ਪਲੱਸ ਜਿਹੜੀ ਮੈਨੇਜਮੈਂਟ ਟੀਮ ਹੈ ਉਹਨਾਂ ਨਾਲ ਪਰਪਸ ਕ੍ਰੀਏਟ ਕਰੀਏ, ਲੌਂਗ ਟਰਮ ਵਿਜ਼ਨ ਕ੍ਰੀਏਟ ਕਰੀਏ ਤੇ ਵਰਕ ਫੋਰਸ ਨੂੰ ਲਗਾਤਾਰ ਟ੍ਰੇਨ ਕਰਦੇ ਰਹੀਏ। ਈਵਨ ਇਮੀਡੀਏਟਲੀ ਆਫਟਰ ਸਟਾਰਟ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਟ੍ਰੇਨਿੰਗ ਦਿੰਦੇ ਰਹਿਣਾ ਲਗਾਤਾਰ ਬਹੁਤ ਜ਼ਿਆਦਾ ਜ਼ਰੂਰੀ ਹੈ ਹਰ ਲੈਵਲ ਦੇ ਉੱਤੇ, ਚਾਹੇ ਉਹ ਸਿਰਫ 5S ਦੀ ਟ੍ਰੇਨਿੰਗ ਹੋਵੇ ਜਾਂ ਕਾਈਜ਼ਨ ਦੀ ਟ੍ਰੇਨਿੰਗ ਹੋਵੇ, ਉਹ ਉਹਨਾਂ ਨੂੰ ਸਮਝਾਉਣਾ ਬਹੁਤ ਜ਼ਰੂਰੀ ਹੈ। ਇੱਕ ਚੀਜ਼ ਦਾ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ ਕਿ ਜਿਸ ਲਈ ਵੀ ਅਸੀਂ ਆਫਟਰ ਲੋਕਡਾਊਨ ਦੁਬਾਰਾ ਡਿਸਪੈਚ ਸ਼ੁਰੂ ਕਰਦੇ ਹਾਂ ਮਸ਼ੀਨਾਂ ਦੀ ਜਾਂ ਕਿਸੇ ਵੀ ਮਟੀਰੀਅਲ ਦੀ, ਤੇ ਉਹਦੇ ਵਿੱਚ ਅਸੀਂ ਕਸਟਮਰ ਦੀ ਐਕਸਪੈਕਟੇਸ਼ਨ ਦੇ ਉੱਤੇ ਹਮੇਸ਼ਾ ਖਰਾ ਉਤਰਨਾ ਹੈ। ਜ਼ਬਰਦਸਤੀ ਆਪਣੀ ਪ੍ਰੋਡਕਸ਼ਨ ਜਿਹੜੀ ਅਸੀਂ ਪਿੱਛੇ ਤਿਆਰ ਕੀਤੀ ਹੈ ਉਹਨੂੰ ਜ਼ਬਰਦਸਤੀ ਪੁਸ਼ ਕਰਨ ਦੀ ਲੋੜ ਨਹੀਂ, ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਕੁਆਂਟੀਟੀ ਉਨੀ ਹੀ ਸਪਲਾਈ ਕੀਤੀ ਜਾਵੇ ਜਿੰਨੀ ਕਿ ਅਗਲਾ ਕੰਸੈਂਟ ਉਹਦਾ ਹੋਵੇ, ਤਾਂ ਕਿ ਅਸੀਂ ਟਾਈਮ ਸਿਰ ਉਹਨਾਂ ਕੋਲੋਂ ਪੈਸੇ ਮੰਗ ਸਕੀਏ। ਕਿਤੇ ਇਹ ਨਾ ਹੋਵੇ ਕਿ ਅਸੀਂ ਉਹਨਾਂ ਨੂੰ ਮਾਲ ਤੇ ਸਪਲਾਈ ਕਰ ਦਈਏ, ਫਿਰ ਪੇਮੈਂਟ ਦੇ ਲਈ ਉਹ ਜਾਣਬੁੱਝ ਕੇ ਸਾਨੂੰ 3 ਮਹੀਨੇ ਜਾਂ 6 ਮਹੀਨੇ ਤੰਗ ਕਰਦੇ ਰਹਿਣ। ਤੇ ਮਟੀਰੀਅਲ ਜਿਹੜਾ ਅਸੀਂ ਧਿਆਨ ਰੱਖੀਏ ਕਿ ਜਿਹੜਾ ਅਸੀਂ ਐਕਸਪਾਇਰਡ ਮਟੀਰੀਅਲ ਬਿਲਕੁਲ ਵੀ ਸਪਲਾਈ ਨਾ ਕਰੀਏ। ਕੋਈ ਕਰੋਜਨ ਨਾਲ ਖਰਾਬ ਹੋ ਗਿਆ ਹੈ ਜਾਂ ਕੋਈ ਵਾਇਰਿੰਗ ਦੇ ਵਿੱਚ ਕੋਈ ਨੁਕਸ ਆ ਗਿਆ ਹੈ, ਸਾਨੂੰ ਆਪਣੇ ਰਿਲੇਸ਼ਨਸ਼ਿਪ ਦੇ ਉੱਤੇ ਧਿਆਨ ਰੱਖਣਾ ਚਾਹੀਦਾ ਹੈ, ਬਜਾਏ ਕਿ ਸਾਨੂੰ ਸਿਰਫ ਔਰ ਸਿਰਫ ਆਪਣੀਆਂ ਮਸ਼ੀਨਾਂ ਨੂੰ ਸਪਲਾਈ ਕਰਨ ਦੇ ਉੱਤੇ ਹੀ ਫੋਕਸ ਰੱਖਣਾ ਚਾਹੀਦਾ। ਸਿਰਫ ਪ੍ਰੋਫਿਟ ਦੇ ਉੱਤੇ ਸੈਂਟਰ ਨਹੀਂ ਹੋਣਾ ਚਾਹੀਦਾ, ਸਾਨੂੰ ਰਿਲੇਸ਼ਨ ਨੂੰ ਵੀ ਬਚਾਉਣਾ ਚਾਹੀਦਾ। ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਸ ਦਿਨ ਅਸੀਂ ਆਪਣੀ ਫੈਕਟਰੀ ਦੁਬਾਰਾ ਸ਼ੁਰੂ ਕਰਦੇ ਹਾਂ ਕੰਮ ਸ਼ੁਰੂ ਹੋਣ ਤੋਂ ਬਾਅਦ। ਅੱਜ ਦੀ ਜ਼ਮਾਨੇ ਨੂੰ ਅਕਸਰ ਅੰਗਰੇਜ਼ੀ ਦੇ ਵਿੱਚ ਵੂਕਾ ਵਰਲਡ ਕਿਹਾ ਜਾਂਦਾ ਹੈ। ਵੂਕਾ ਵਰਲਡ ਅਸੀਂ ਉਸ ਚੀਜ਼ ਨੂੰ ਕਹਿੰਦੇ ਆ, V stands for volatile, ਕਿ ਇਹ ਜਿਹੜੀ ਮਾਰਕੀਟ ਹੈ ਬਹੁਤ ਜ਼ਿਆਦਾ ਵੋਲੇਟਾਈਲ ਹੈ, ਘਟਦੀ ਵੱਧਦੀ ਰਹਿੰਦੀ ਹੈਗੀ ਹੈ ਇਹ, ਔਰ ਇਸ ਤਰ੍ਹਾਂ ਹੀ ਇਹ ਚੱਲਦੀ ਰਹੇਗੀ। ਇਹ ਇਸ ਤਰ੍ਹਾਂ ਹੀ ਰਹੇਗਾ। ਅਨਸਰਟਨਟੀ ਬਹੁਤ ਜ਼ਿਆਦਾ ਹੈਗੀ ਹੈ ਔਰ ਸ਼ਾਇਦ ਹੋਰ ਜ਼ਿਆਦਾ ਵੀ ਵੱਧ ਸਕਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ। ਇਹ ਜ਼ਮਾਨਾ ਬਹੁਤ ਜ਼ਿਆਦਾ ਕੰਪਲੈਕਸ ਹੈ, ਔਰ ਇਹ ਹੋਰ ਜ਼ਿਆਦਾ ਕੰਪਲੈਕਸ ਹੁੰਦਾ ਜਾ ਰਿਹਾ ਹੈ ਲਗਾਤਾਰ। ਐਂਬੀਗੁਅਸ ਹੈ, ਮਤਲਬ ਬਹੁਤ ਜ਼ਿਆਦਾ ਗਲਤੀਆਂ ਨਾਲ ਭਰਿਆ ਹੋਇਆ ਹੈਗਾ, ਔਰ ਇਹ ਇਸੇ ਤਰ੍ਹਾਂ ਹੀ ਹੋਰ ਜ਼ਿਆਦਾ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ। ਇਹਨੂੰ ਅਸੀਂ ਕਿਸ ਤਰ੍ਹਾਂ ਮੈਨੇਜ ਕਰ ਸਕਦੇ ਹਾਂ, ਉਹਦੇ ਬਾਰੇ 4 ਟੂਲਸ ਹੈਗੇ ਨੇ ਕਿ ਵੋਲੇਟਿਲਿਟੀ ਨੂੰ ਮੈਨੇਜ ਕਰਨ ਦੇ ਲਈ ਸਾਨੂੰ ਲੌਂਗ ਟਰਮ ਵਿਜ਼ਨ ਹੋਣਾ ਚਾਹੀਦਾ ਹੈ। ਜਿੰਨਾ ਜ਼ਿਆਦਾ ਅਸੀਂ ਦੂਰ ਦੀ ਸੋਚ ਰੱਖਾਂਗੇ, ਉਨਾ ਜ਼ਿਆਦਾ ਅਸੀਂ ਆਪਣੇ ਵੈਂਡਰਸ ਦੇ ਨਾਲ, ਆਪਣੀ ਟੀਮ ਦੇ ਨਾਲ ਉਨਾ ਜ਼ਿਆਦਾ ਵਧੀਆ ਰਿਲੇਸ਼ਨਸ਼ਿਪ ਨੂੰ ਮੇਨਟੇਨ ਕਰਦੇ ਹੋਏ, ਉਹਨਾਂ ਦੂਰਦਰਸ਼ੀ ਹੋ ਕੇ ਅਸੀਂ ਜੇ ਕੰਮ ਕਰਾਂਗੇ ਤੇ ਫਿਰ ਸਾਨੂੰ ਸਮਝ ਆਏਗਾ ਕਿ ਇਹ ਤੇ ਸਮਾਂ, ਜੇ ਉਹ ਸਮਾਂ ਨਹੀਂ ਰਿਹਾ ਤੇ ਇਹ ਸਮਾਂ ਵੀ ਨਹੀਂ ਰਹੇਗਾ। ਔਰ ਖਾਸ ਕਰ ਜੇ ਅਸੀਂ ਐਗਰੀਕਲਚਰ ਇੰਡਸਟਰੀ 'ਚ ਕੰਮ ਕਰ ਰਹੇ ਹਾਂ ਤੇ ਅਸੀਂ ਸਮਝ ਸਕਦੇ ਹਾਂ ਕਿ ਇਹ ਤੇ ਸਭ ਤੋਂ ਘੱਟ ਇੰਪੈਕਟ ਆਏਗਾ ਆਉਣ ਵਾਲੇ ਸਮੇਂ ਦੇ ਵਿੱਚ। ਚਾਹੇ ਅਸੀਂ ਸ਼ਾਰਟ ਟਰਮ ਦੀ ਗੱਲ ਕਰੀਏ ਜਾਂ ਲੌਂਗ ਟਰਮ ਦੀ ਗੱਲ ਕਰੀਏ, ਇਹ ਤੇ ਬਹੁਤ ਘੱਟ ਇੰਪੈਕਟ ਆਏਗਾ। ਅਨਸਰਟਨਟੀ ਨੋ ਡਾਊਟ ਬਹੁਤ ਜ਼ਿਆਦਾ ਹੈਗੀ ਹੈ, ਪਰ ਅਸੀਂ ਜਿੰਨੀ ਜ਼ਿਆਦਾ ਸਾਨੂੰ ਆਪਣੇ ਪ੍ਰੋਡਕਟ ਦੇ ਬਾਰੇ ਅੰਡਰਸਟੈਂਡਿੰਗ ਹੋਏਗੀ ਔਰ ਸਾਡੇ ਕਸਟਮਰ ਨੂੰ ਜਿੰਨੀ ਜ਼ਿਆਦਾ ਅੰਡਰਸਟੈਂਡਿੰਗ ਹੋਏਗੀ, ਸਾਨੂੰ ਆਪਣੇ ਉੱਤੇ ਜਿੰਨੀ ਜ਼ਿਆਦਾ ਯਕੀਨ ਹੋਏਗਾ, ਉਨਾ ਜ਼ਿਆਦਾ ਅਸੀਂ ਜਲਦੀ ਇਸ ਅਨਸਰਟਨਟੀ ਤੋਂ ਬਾਹਰ ਆ ਪਾਵਾਂਗੇ। ਨੋ ਡਾਊਟ ਕੰਪਲੈਕਸਿਟੀ ਬਹੁਤ ਜ਼ਿਆਦਾ ਹੈ, ਚੀਜ਼ਾਂ ਬਹੁਤ ਜ਼ਿਆਦਾ ਉਲਝਾ ਭਰੀਆਂ ਹੁੰਦੀਆਂ ਜਾ ਰਹੀਆਂ ਨੇ, ਪਰ ਇਸ ਟਾਈਮ ਸਾਨੂੰ ਆਪਣੇ ਆਪ ਨੂੰ ਸਮਾਨ ਭਾਵ ਦੇ ਵਿੱਚ ਰੱਖਣ ਦੀ ਜ਼ਰੂਰਤ ਹੈ। ਜਿਵੇਂ ਕਿ ਗੀਤਾ ਦੇ ਵਿੱਚ ਲਿਖਿਆ ਸਮ ਬੁੱਧੀ ਵਿਰਸ਼ਤੇ, ਸਾਨੂੰ ਆਪਣੇ ਆਪ ਨੂੰ ਸਮ ਰੱਖਣਾ ਚਾਹੀਦਾ ਹੈ। ਬਹੁਤ ਜ਼ਿਆਦਾ ਐਕਸਾਈਟਿਡ ਨਹੀਂ ਹੋਣਾ ਚਾਹੀਦਾ ਬਹੁਤ ਜ਼ਿਆਦਾ ਆਰਡਰ ਆ ਜਾਣ, ਜਾਂ ਬਹੁਤ ਜ਼ਿਆਦਾ ਨਿਰਾਸ਼ ਨਹੀਂ ਹੋਣਾ ਚਾਹੀਦਾ। ਜਿਸ ਤਰ੍ਹਾਂ ਕਿ ਇਸ ਟਾਈਮ ਬਹੁਤ ਹੀ ਔਖਾ ਸਮਾਂ ਹੈਗਾ, ਇਹ ਸਾਡਾ ਕਹਿੰਦੇ ਨਾ ਕਿ ਟੈਸਟ ਲਿੱਤਾ ਜਾ ਰਿਹਾ, ਪਰ ਅਸੀਂ ਜੇ ਸਾਨੂੰ ਕਲੈਰਿਟੀ ਹੋਏਗੀ ਆਪਣੇ ਕੰਮ ਬਾਰੇ ਤੇ ਅਸੀਂ ਇਹ ਚੋਂ ਵੀ ਬਹੁਤ ਜਲਦੀ ਬਾਹਰ ਆਵਾਂਗੇ।
ਐਂਬੀਗੁਇਟੀ, नो डाउट ਗਲਤੀਆਂ ਵਧਣਗੀਆਂ, ਪਰ ਜਿੰਨਾ ਜ਼ਿਆਦਾ ਸਾਡਾ ਸਟਾਫ ਪੁਰਾਣਾ ਹੋਏਗਾ, ਸਾਨੂੰ ਜਿੰਨਾ ਜ਼ਿਆਦਾ ਐਕਸਪੀਰੀਅੰਸ ਹੋਏਗਾ, ਉਹ ਓਨੀਆਂ ਗਲਤੀਆਂ ਘੱਟ ਕਰੇਗਾ। ਇਸ ਟਾਈਮ ਦੇ ਉੱਤੇ ਸਾਨੂੰ ਜਿੰਨੇ ਵੀ ਪ੍ਰੋਸੈਸਸ ਨੇ ਉਹਨਾਂ ਦਾ SOPs ਬਣਾਉਣੇ ਚਾਹੀਦੇ ਨੇ ਕਿ ਕੌਣ ਕੰਮ ਕਰੇਗਾ, ਕਿਸ ਤਰ੍ਹਾਂ ਕੰਮ ਕਰੇਗਾ, ਕਿਹਨੂੰ ਹੈਂਡਓਵਰ ਕਰੇਗਾ, ਕਿਹਨੂੰ ਰਿਪੋਰਟ ਕਰੇਗਾ। ਜਿੰਨਾ ਜ਼ਿਆਦਾ ਅਸੀਂ ਇੱਥੇ ਜ਼ਿਆਦਾ ਟਾਈਮ ਲਗਾਵਾਂਗੇ, ਉਹਨਾਂ ਜ਼ਿਆਦਾ ਸਾਨੂੰ ਗਲਤੀਆਂ ਘੱਟ ਹੋਣ ਦੇ ਚਾਂਸਸ ਹੋਣਗੇ। ਸੋ ਇਸ ਵੂਕਾ ਵਰਲਡ ਦੇ ਵਿੱਚੋਂ ਬਾਹਰ ਆਉਣ ਦੇ ਲਈ ਇਹ ਵੂਕਾ ਹੀ ਇੱਕ ਸਾਨੂੰ ਰਸਤਾ ਦਿਖਾ ਸਕਦਾ ਹੈ, ਔਰ ਸਾਨੂੰ ਇਹ 'ਤੇ ਧਿਆਨ ਦੇਣਾ ਚਾਹੀਦਾ। ਅਸੀਂ ਵੂਕਾ ਦੇ ਕਿਹੜੇ ਲੈਵਲ ਦੇ ਉੱਤੇ ਹੈਗੇ ਆ? ਜੇ ਸਾਡੀ ਵਿਜ਼ਨਰੀ ਅਪਰੋਚ ਹੈ ਤੇ ਅਸੀਂ ਇੱਕ ਲੈਵਲ ਤੇ ਹੈਗੇ ਆ। ਜੇ ਅਸੀਂ ਲਗਾਤਾਰ ਲੋਕਾਂ ਦੇ ਵਿੱਚ ਇਨਵੈਸਟ ਕਰ ਰਹੇ ਹਾਂ ਤੇ ਅਸੀਂ 2 ਨੰਬਰ ਤੇ ਹੈਗੇ ਆ। ਜੇ ਅਸੀਂ ਸਿਸਟਮੈਟਿਕ ਅਪਰੋਚ ਨਾਲ ਕੰਮ ਕਰ ਰਹੇ ਹਾਂ ਤੇ ਅਸੀਂ 3 ਨੰਬਰ ਤੇ ਹੈਗੇ ਆ। ਤੇ ਜੇ ਅਸੀਂ ਲਗਾਤਾਰ ਚੇਂਜ ਔਰ ਅਪਗ੍ਰੇਡ ਕਰਦੇ ਰਹਿੰਦੇ ਆ, ਇਹਦਾ ਮਤਲਬ ਅਸੀਂ 4 ਨੰਬਰ ਤੇ ਹੈਗੇ ਆ। ਤੇ ਜੇ ਅਸੀਂ ਆਪਣੀ ਨਾਕਾਮਯਾਬੀ ਨੂੰ ਵੀ ਅਸੀਂ ਸੈਲੀਬ੍ਰੇਟ ਕਰਨ ਦਾ ਹੌਸਲਾ ਰੱਖਦੇ ਹਾਂ, ਔਰ ਇਸ ਸਮੇਂ ਦੇ ਵਿੱਚ ਅਸੀਂ ਇਹ ਯਕੀਨ ਰੱਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਦੁਬਾਰਾ ਇਸ ਤੋਂ ਵੀ ਵੱਡੇ ਚੈਲੰਜ ਤੋਂ ਬਾਹਰ ਆ ਸਕਦੇ ਹਾਂ, ਕਿਉਂਕਿ ਲੀਡਰ ਸੈਲੀਬ੍ਰੇਟ ਕਰਦੇ ਨੇ, ਤੇ ਇਹਦਾ ਮਤਲਬ ਹੈ ਕਿ ਅਸੀਂ ਲੈਵਲ 5 ਦੇ ਉੱਤੇ ਹੈਗੇ ਆ, ਔਰ ਸਾਨੂੰ ਆਪਣੇ ਆਪ ਨੂੰ ਲੈਵਲ 5 ਦੇ ਉੱਤੇ ਹੀ ਲੈ ਕੇ ਆਉਣਾ ਚਾਹੀਦਾ। ਔਰ ਇਸ ਦੇ ਨਾਲ ਹੀ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗਾ। ਔਰ ਮੈਨੂੰ ਲੱਗਦਾ ਹੈ ਕਿ ਮੈਂ ਇਹ ਸਾਰੀ ਪ੍ਰੈਜੈਂਟੇਸ਼ਨ ਦੇ ਦੁਆਰਾ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਇੰਡਸਟਰੀ ਦੇ ਲਈ ਕੁਝ ਕੰਟਰੀਬਿਊਟ ਕਰ ਪਾਵਾਂਗਾ, ਔਰ ਤੁਹਾਨੂੰ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਲਾਸ ਤੋਂ ਤੁਹਾਨੂੰ ਮੈਂ ਬਚਾਉਣ ਦੇ ਲਈ ਕੁਝ ਕੰਟਰੀਬਿਊਟ ਕਰ ਪਾਵਾਂਗਾ। ਅਗਲੇ ਕੁਝ ਮਿੰਟ ਮੈਂ ਕੁਝ ਸਵਾਲ ਲੈਣਾ ਚਾਹਾਂਗਾ ਜੀ ਮੇਰੀ ਪ੍ਰੈਜੈਂਟੇਸ਼ਨ ਦੇ ਬਾਰੇ, ਜਾਂ ਪੂਰੀ ਮੀਟਿੰਗ 'ਚ ਜੋ ਡਿਸਕਸ ਹੋਇਆ ਉਹਦੇ ਬਾਰੇ ਕਿਸੇ ਵੀ ਤਰ੍ਹਾਂ ਦੇ ਕੋਈ ਸਵਾਲ ਲੱਗੇ ਨੇ ਤੇ ਅਸੀਂ ਅਗਲੇ 6 ਜਾਂ 7 ਮਿੰਟ ਦੇ ਵਿੱਚ ਅਸੀਂ ਉਹ ਕੁਐਸਚਨਸ ਲੈ ਸਕਦੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਰਾਜਦੀਪ ਜੀ, ਪੰਜਾਬ ਸਟੇਟ ਐਗਰੀਕਲਚਰ ਇੰਪਲੀਮੈਂਟ ਐਸੋਸੀਏਸ਼ਨ ਦਾ, ਬਲਦੇਵ ਅਮਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਧੰਨਵਾਦ ਸੁਸ਼ੀਲ ਜੀ, ਬਹੁਤ